ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਟੂਡੈਂਟਸ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵੀ ਆਰ ਡੂਇੰਗ ਵਟ ਆਰ ਦਾ ਫੰਕਸ਼ਨਸ ਆਫ ਮੈਨੇਜਮੈਂਟ, ਹੈ ਨਾ। ਤਾਂ ਆਪਾਂ ਫਸਟ 3 ਫੰਕਸ਼ਨਸ ਕਰ ਲਏ ਸੀ। ਫਸਟ ਕਿਹੜਾ ਸੀ? ਪਲੈਨਿੰਗ, ਸੈਕੰਡ ਇਜ਼ ਆਰਗੇਨਾਈਜ਼ਿੰਗ ਐਂਡ ਥਰਡ ਵਨ ਇਜ਼ ਸਟਾਫਿੰਗ ਐਂਡ ਫੋਰਥ ਵਨ ਇਜ਼ ਡਾਇਰੈਕਟਿੰਗ। ਟੂਡੇ ਵੀ ਵਿਲ ਡੂ ਵਟ ਇਜ਼ ਡਾਇਰੈਕਟਿੰਗ। ਡਾਇਰੈਕਟਿੰਗ ਦਾ ਤੁਹਾਨੂੰ ਸਿੱਧੀ ਜਿਹੀ ਗੱਲ ਦਾ ਪਤਾ ਚੱਲ ਰਿਹਾ ਕਿ ਡਾਇਰੈਕਟਿੰਗ ਦੇ ਵਿੱਚ ਜਿਹੜਾ ਮੈਨੇਜਰ ਆ ਉਹਨੇ ਕੀ ਕਰਨਾ, ਵਰਕਰਸ ਨੂੰ ਕੀ ਕਰਨਾ, ਡਾਇਰੈਕਟ ਕਰਨਾ। ਤੁਸੀਂ ਆਹ ਕੰਮ ਕਰੋ। ਪਹਿਲਾਂ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ। ਡਾਇਰੈਕਟਿੰਗ ਰੈਫਰਸ ਟੂ ਸੱਚ ਏ ਮਲਟੀ ਡਾਇਮੈਂਸ਼ਨਲ ਪ੍ਰੋਸੈਸ ਅੰਡਰ ਵਿਚ ਮੈਨੇਜਮੈਂਟ ਪ੍ਰੋਵਾਈਡਸ ਲੀਡਰਸ਼ਿਪ ਟੂ ਦ ਇੰਪਲੋਇਜ਼। ਉਹੀ ਗੱਲ ਹੋ ਗਈ ਨਾ ਕਿ ਲੀਡਰਸ਼ਿਪ ਦੱਸਦੇ ਆ ਕਿ ਇੰਪਲੋਇਜ਼ ਨੂੰ ਦੱਸਦੇ ਆ ਕਿ ਤੁਸੀਂ ਐਜ਼ ਏ ਮੈਨੇਜਰ, ਐਜ਼ ਏ ਲੀਡਰ ਹੁੰਦਾ ਹੈ, ਠੀਕ ਹੈ। ਅਤੇ ਲੀਡਰ ਬਣ ਕੇ ਉਹਨਾਂ ਨੂੰ ਇਹ ਦੱਸਦਾ ਕਿ ਤੁਸੀਂ ਆਹ ਕੰਮ ਕਰਨਾ, ਆਹ ਕੰਮ ਕਰਨਾ ਅਤੇ ਆਹ ਕੰਮ ਕਿੱਦਾਂ ਕਰਨਾ, ਠੀਕ ਹੈ। ਦੇ ਆਰ ਲੀਡਰਸ਼ਿਪ ਟੂ ਦ ਇੰਪਲੋਇਜ਼, ਦੇ ਆਰ ਗਿਵਨ ਆਰਡਰਸ ਐਂਡ ਡਾਇਰੈਕਸ਼ਨਸ। ਅਤੇ ਉਹੀ ਮੈਨੇਜਰ ਉਹਨਾਂ ਨੂੰ ਕੀ ਦਿੰਦਾ? ਡਾਇਰੈਕਸ਼ਨਸ ਦਿੰਦਾ, ਠੀਕ ਹੈ। ਦੇ ਆਰ ਮੋਟੀਵੇਟਡ ਟੂ work efficiently and regular evaluation of their performance is also made so that the organization objectives may be achieved successfully। ਕਹਿੰਦੇ ਕਿ ਉਹਨਾਂ ਨੂੰ ਦੇਖੋ ਬੱਚੇ, ਇਹਦੇ ਵਿੱਚ ਕੀ ਕਹਿੰਦਾ ਹੈ ਕਿ ਬਾਰ-ਬਾਰ ਉਹਨਾਂ ਨੂੰ ਕੀ ਕੀਤਾ ਜਾਂਦਾ? ਡਾਇਰੈਕਸ਼ਨਸ ਦਿੱਤੀਆਂ ਜਾਂਦੀਆਂ ਅਤੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ। ਕਿਉਂ ਮੋਟੀਵੇਟ ਕੀਤਾ ਜਾਂਦਾ? ਤਾਂ ਜੋ ਆਰਗੇਨਾਈਜੇਸ਼ਨ ਦੇ objectives ਕੀ ਹੋ ਸਕਣ? ਅਚੀਵ ਹੋ ਸਕਣ ਐਫੀਸ਼ੀਐਂਟਲੀ ਅਤੇ ਐਂਡ ਇਫੈਕਟਿਵਲੀ, ਠੀਕ ਹੈ ਜੀ। ਹੁਣ ਇਹਦੇ ਡਾਇਰੈਕਟਿੰਗ ਦੇ ਵਿੱਚ ਜਦੋਂ ਡਾਇਰੈਕਟਿੰਗ ਦੀ ਇਹ ਕਹੋਗੇ ਕਿ ਡਾਇਰੈਕਸ਼ਨਸ ਦਿੰਦਾ ਕੌਣ ਦਿੰਦਾ ਵਾ? ਮੈਨੇਜਰਸ ਦਿੰਦਾ, ਤਾਂ ਜੋ ਕਿਹਨਾਂ ਨੂੰ ਦਿੰਦਾ? ਇੰਪਲੋਇਜ਼ ਨੂੰ ਦਿੰਦਾ, ਤਾਂ ਜੋ ਆਰਗੇਨਾਈਜੇਸ਼ਨ ਦੇ ਗੋਲਸ ਕੀ ਹੋ ਸਕਣ? ਅਚੀਵ ਹੋ ਸਕਣ ਇਫੈਕਟਿਵਲੀ ਐਂਡ ਐਫੀਸ਼ੀਐਂਟਲੀ, ਠੀਕ ਹੈ ਜੀ। ਹੁਣ ਡਾਇਰੈਕਟਿੰਗ ਦੇ ਅੰਡਰ ਜਿਹੜੇ ਆ 4 ਦੇਖੋ, ਅੰਡਰ ਦਾ ਪ੍ਰੋਸੈਸ ਆਫ ਡਾਇਰੈਕਟਿੰਗ ਮੈਨੇਜਮੈਂਟ ਪਰਫੋਰਮਸ 4 ਮੇਨ ਫੰਕਸ਼ਨਸ। ਡਾਇਰੈਕਟਿੰਗ ਦੇ ਅੰਡਰ 4 ਚੀਜ਼ਾਂ ਆਉਂਦੀਆਂ, ਕਿਹੜੀਆਂ? ਦੀਜ਼ ਫੰਕਸ਼ਨਸ ਆਰ ਆਲਸੋ ਨੋਨ ਐਜ਼ ਐਲੀਮੈਂਟਸ ਆਫ ਡਾਇਰੈਕਟਿੰਗ। ਇਹਨਾਂ ਨੂੰ ਇਹ ਵੀ ਤੁਹਾਡਾ ਕੁਐਸਚਨ ਆ ਸਕਦਾ, ਵਟ ਆਰ ਦ ਐਲੀਮੈਂਟਸ ਆਫ ਡਾਇਰੈਕਟਿੰਗ। ਤਾਂ 4 ਆ, ਠੀਕ ਹੈ। 4 ਕਿਹੜੇ ਆ? ਹੁਣ ਆਪਾਂ ਫਸਟ ਆਫ ਆਲ ਪੜ੍ਹਨ ਲੱਗੇ ਕਿ ਇਹ ਵੀ ਆ ਸਕਦਾ, ਵਟ ਆਰ ਦ ਐਲੀਮੈਂਟਸ ਆਫ ਡਾਇਰੈਕਸ਼ਨ ਜਾਂ ਡਾਇਰੈਕਟਿੰਗ, ਠੀਕ ਹੈ। ਸੋ ਫਸਟ ਆਫ ਆਲ ਇਜ਼ ਲੀਡਰਸ਼ਿਪ, ਠੀਕ ਹੈ। ਲੀਡਰਸ਼ਿਪ ਕੀ ਹੁੰਦੀ ਆ? ਲੀਡਰਸ਼ਿਪ ਦਾ ਤੁਹਾਨੂੰ ਵੀ ਪਤਾ ਵਾ ਕਿ ਆਪਾਂ ਕਿਸੇ ਨੂੰ ਇਨਫਲੂਐਂਸ ਕਰਨਾ, ਅਤੇ ਇਨਫਲੂਐਂਸ ਕੌਣ ਕਰਦਾ ਵਾ? ਵਰਕਰਸ ਨੂੰ, ਓਬਵੀਅਸਲੀ ਮੈਨੇਜਰ, ਠੀਕ ਹੈ। ਉਹੀ ਗੱਲ ਹੋ ਗਈ ਨਾ। Leadership refers to that process through which higher authorities influence and encourage employees। वही गल होगी ना कि मैनेजर किनू इन्फ्लुएंस करता है? इंप्लॉयज़ नू, so that they can make to work for the achievement of organizational objectives। कि मैनेजर ने वर्कर्स नू की करना? इन्फ्लुएंस करना, मोटिवेट करना कि वध तो वध काम करो ਤਾਂ ਜੋ ਆਰਗੇਨਾਈਜੇਸ਼ਨ ਦੇ ਗੋਲਸ ਕੀ ਹੋ ਸਕਣ? ਅਚੀਵ ਹੋ ਸਕਣ, ਠੀਕ ਹੈ। ਕਹਿੰਦੇ ਕਿ ਇੱਕ ਜਿਹੜਾ ਵਧੀਆ ਮੈਨੇਜਰ ਉਹ ਹਮੇਸ਼ਾ ਆਪਣੇ ਵਰਕਰਸ ਦੀ ਕੀ ਕਰਦਾ? ਪ੍ਰੇਜ਼ ਵੀ ਕਰਦਾ ਵਾ। ਪ੍ਰੇਜ਼ ਮਤਲਬ ਜੇ ਉਹਨਾਂ ਨੇ ਵਧੀਆ ਕੰਮ ਕੀਤਾ ਤਾਂ ਉਹਨਾਂ ਨੂੰ ਹਮੇਸ਼ਾ ਸ਼ਾਬਾਸ਼ੀ ਵੀ ਦਿੰਦਾ ਹੈ, ਤਾਂ ਹੀ ਵਰਕਰਸ ਮੋਟੀਵੇਟ ਹੁੰਦੇ ਹਨ। ਜੇ ਉਹਨਾਂ ਨੇ ਮਾੜਾ ਕੰਮ ਕੀਤਾ, ਕ੍ਰਿਟੀਸਾਈਜ਼ ਦਾ ਮਤਲਬ ਆ ਕ੍ਰਿਟਿਸਿਜ਼ਮ ਟੂ ਪ੍ਰੋਵਾਈਡ ਲੀਡਰਸ਼ਿਪ ਟੂ ਹਿਸ ਸਬਆਰਡੀਨੇਟਸ ਸੋ ਦੈਟ ਦੇ ਮੇ ਵਰਕ ਅਕੋਰਡਿੰਗ ਟੂ ਦ ਹਾਈਐਸਟ ਸਟੈਂਡਰਡਸ ਆਫ ਐਫੀਸ਼ੀਐਂਸੀ। ਕਹਿੰਦੇ ਕਿ ਕਿਸੇ ਟਾਈਮ ਉਹਨੂੰ ਕ੍ਰਿਟੀਸਾਈਜ਼ ਵੀ ਕਰਨਾ ਪੈਂਦਾ। ਕ੍ਰਿਟਿਸਿਜ਼ਮ ਜੇ ਕੰਮ ਨਹੀਂ ਵਧੀਆ ਕੀਤਾ ਤਾਂ ਉਹਨੂੰ ਮੈਨੇਜਰ ਨੂੰ ਉਹਨਾਂ ਨੂੰ ਮਾੜਾ ਵੀ ਕਹਿਣਾ ਪੈਂਦਾ ਹੈ। ਬਟ ਕਿਉਂ ਕਹਿਣਾ ਪੈਂਦਾ? ਤਾਂ ਜੋ ਵਰਕਰਸ ਆਪਣਾ ਕੰਮ ਵਧੀਆ ਕਰ ਸਕਣ, ਠੀਕ ਹੈ ਜੀ। ਤਾਂ ਕਹਿੰਦੇ ਕਿ ਹਮੇਸ਼ਾ ਜਿਹੜਾ ਸਕਸੈਸਫੁਲ ਮੈਨੇਜਰ ਆ ਉਹ ਹਮੇਸ਼ਾ ਆਪਣੇ ਵਰਕਰਸ ਦੇ ਨਾਲ ਡਿਸਕਸ਼ਨਸ ਕਰਦਾ ਕਿ ਆਪਾਂ ਕੰਮ ਕਿੱਦਾਂ ਕਰੀਏ, ਤਾਂ ਜੋ ਵਰਕਰਸ ਨੂੰ ਇਹ ਲੱਗੇ ਕਿ ਹਾਂ ਮੈਨੇਜਰ ਸਾਨੂੰ ਕੁਝ ਸਮਝਦਾ ਆਰਗੇਨਾਈਜੇਸ਼ਨ ਦੇ ਵਿੱਚ। ਅਤੇ ਐਂਡ ਜੇ ਸਮਝਦਾ ਵਾ ਦੈਟ ਮੀਨਸ ਵਰਕਰਸ ਨੂੰ ਇਹ ਲੱਗਦਾ ਕਿ ਸਾਡੀ ਆਪਣੀ ਆਰਗੇਨਾਈਜੇਸ਼ਨ ਆ। ਅਤੇ ਜਦੋਂ ਵਰਕਰਸ ਸਮਝਦਾ ਕਿ ਸਾਡੀ ਆਪਣੀ ਆਰਗੇਨਾਈਜੇਸ਼ਨ, ਫਿਰ ਵੱਧ ਤੋਂ ਵੱਧ ਕੰਮ ਕਰਦੇ ਆ। ਸੈਕਿੰਡ ਥਿੰਗ ਇਜ਼ ਕਮਿਊਨੀਕੇਸ਼ਨ। ਤੁਹਾਨੂੰ ਵੀ ਪਤਾ ਵਾ ਕਿ ਕੋਈ ਵੀ ਚੀਜ਼ ਆ, ਆਪਾਂ ਤੁਸੀਂ ਫਰੈਂਡਸ ਜੋ ਆਪਸ ਦੇ ਵਿੱਚ ਕਮਿਊਨੀਕੇਸ਼ਨ ਦਾ ਮਤਲਬ ਕੀ ਕਰਨਾ? ਗੱਲਬਾਤ ਕਰਨਾ, ਠੀਕ ਹੈ ਜੀ। ਕਿ ਜਦੋਂ ਆਪਾਂ ਕਿਸੇ ਨਾਲ ਕੋਈ ਗੱਲਬਾਤ ਕਰਦੇ ਉਹਨੂੰ ਆਪਾਂ ਕੀ ਕਹਿੰਦੇ ਨੇ? ਕਮਿਊਨੀਕੇਸ਼ਨ। Communication refers to such a process through which 2 or more than 2 persons exchange information, ideas, facts, feelings, viewpoints, orders, instructions, etc. so that uniform understanding may be developed about a specific subject। ਕਹਿੰਦੇ ਉਹੀ ਗੱਲ ਹੋ ਗਈ ਕਿ ਇੱਕ ਤੋਂ ਵੱਧ 2 ਜਾਣੇ ਜਾਂ 2 ਤੋਂ ਵੱਧ ਜਾਣੇ ਜਦੋਂ ਆਪਣੇ ਆਈਡੀਆ ਸ਼ੇਅਰ ਕਰਦੇ ਆ, ਫੀਲਿੰਗ ਸ਼ੇਅਰ ਕਰਦੇ ਆ ਅਤੇ ਕੋਈ ਵੀ ਇਨਫੋਰਮੇਸ਼ਨ ਸ਼ੇਅਰ ਕਰਦੇ ਇੱਕ ਦੂਜੇ ਨਾਲ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਕਮਿਊਨੀਕੇਟ ਕਰਨ ਦੇ ਆਪਸ ਦੇ ਵਿੱਚ, ਠੀਕ ਹੈ। ਹੁਣ ਆਰਗੇਨਾਈਜੇਸ਼ਨ ਦੇ ਵਿੱਚ ਵੇਖੋ, ਅੰਡਰ ਦਿਸ ਪ੍ਰੋਸੈਸ ਮੈਨੇਜਮੈਂਟ ਟ੍ਰਾਂਸਲੇਟਸ ਇਨਫੋਰਮੇਸ਼ਨ, ਆਰਡਰਸ, ਡਾਇਰੈਕਸ਼ਨਸ ਟੂ ਦ ਇੰਪਲੋਇਜ਼ ਐਂਡ ਹੈਂਸ ਇਟ ਲੀਡਸ ਐਂਡ ਗਾਈਡਸ ਦੈਮ ਸੋ ਦੈਟ ਦੇ ਮੇ ਪਰਫੋਰਮ ਦੇਅਰ ਫੰਕਸ਼ਨਸ ਐਫੀਸ਼ੀਐਂਟਲੀ। ਬੱਚੇ ਉਹੀ ਗੱਲ ਹੋ ਗਈ ਨਾ ਕਿ ਕਮਿਊਨੀਕੇਟ ਦਾ ਮਤਲਬ ਇਹਦੇ ਵਿੱਚ ਹੋ ਗਿਆ ਕਿ ਮੈਨੇਜਰ ਨੇ ਕੀ ਕਰਨਾ? ਉਹ ਆਪਣੇ ਵਰਕਰਸ ਨੂੰ ਕੰਮ ਦੱਸਣਾ, ਡਾਇਰੈਕਟ ਕਰਨਾ, ਤੁਸੀਂ ਆਹ ਕੰਮ ਕਰੋ, ਤਾਂ ਜੋ ਉਹਨਾਂ ਨੂੰ ਕਿਉਂ ਡਾਇਰੈਕਟ ਕਰਨਾ ਹੈ? ਤਾਂ ਜੋ ਆਰਗੇਨਾਈਜੇਸ਼ਨਸ ਦੇ ਗੋਲਸ ਕੀ ਹੋ ਸਕਣ? ਅਚੀਵ ਹੋ ਸਕਣ। ਅਤੇ ਔਨ ਦ ਅਦਰ ਹੈਂਡ ਕੀ ਹੈ? ਦ ਪ੍ਰੋਸੈਸ ਆਫ ਔਨ ਦ ਅਦਰ ਹੈਂਡ the process of communication also helps to transmit the problems and complaints of employee to the manager so that those may be solved। ਤਾਂ ਦੂਜੇ ਹੱਥ 'ਚ ਕੀ ਹੁੰਦਾ ਕਿ ਜੇ ਵਰਕਰਸ ਨੂੰ ਕੋਈ ਪ੍ਰੋਬਲਮ ਆ ਤਾਂ ਉਹ ਵੀ ਵਰਕਰਸ ਨੇ ਕਿਹਨੂੰ ਦੱਸਣੀ ਆ? ਮੈਨੇਜਰਸ ਨੂੰ ਦੱਸਣੇ ਕਿ ਸਾਨੂੰ ਆਹ ਪ੍ਰੋਬਲਮ। ਸੋ ਫਸਟ ਐਲੀਮੈਂਟ ਕੀ ਹੈ ਡਾਇਰੈਕਟਿੰਗ ਦਾ? ਫਸਟ ਐਲੀਮੈਂਟ ਕੀ ਹੈ? ਲੀਡਰਸ਼ਿਪ। ਸੈਕਿੰਡ ਵਨ ਇਜ਼ ਕਮਿਊਨੀਕੇਸ਼ਨ, ਠੀਕ ਹੈ ਜੀ। ਹੁਣ ਇਹਦੇ ਵਿੱਚ ਵੇਖੋ ਕਮਿਊਨੀਕੇਸ਼ਨ ਦੇ ਵਿੱਚ ਪ੍ਰੋਸੈਸ ਇੱਕ ਫੋਲੋ ਹੁੰਦਾ ਹੈ। ਵੇਖੋ ਪ੍ਰੋਸੈਸ ਦੇ ਵਿੱਚ ਤੁਸੀਂ ਫਸਟ ਥਿੰਗ ਕੀ ਕਰਦੇ ਹੋ? ਜੋ ਸੈਂਡਰ ਆਫ ਦ ਮੈਸੇਜ, ਹੂ ਸੈਂਡਸ ਦ ਮੈਸੇਜ। ਪਹਿਲੀ ਗੱਲ ਇਹ ਹੈ ਕਿ ਜਿਹਨੇ ਮੈਸੇਜ ਸੈਂਡ ਕਰਨਾ ਹੈ,
ਸਬਜੈਕਟ 'ਚ, ਤਾਂ ਮੈਂ ਤੁਹਾਨੂੰ ਕਹਾਂ ਕਿ ਬੱਚੇ ਆਪਣੀਆਂ ਕੱਲ੍ਹ ਬੁੱਕ ਕਾਪੀਜ਼ ਲੈ ਕੇ ਆਉਣੀਆਂ, ਠੀਕ ਹੈ। ਦੈਟ ਮੀਨਸ ਮੈਂ ਮੈਸੇਜ ਤੁਹਾਨੂੰ ਸੈਂਡ ਕਰਤਾ, ਠੀਕ ਹੈ। ਜਾਂ ਮੈਨੇਜਰ ਨੇ ਕਹਤਾ ਕਿ ਤੁਸੀਂ ਆਹ ਕੰਮ ਕਰਨਾ, ਵਰਕਰਸ ਨੂੰ ਕਹਤਾ ਕਿ ਕੱਲ੍ਹ ਨੂੰ ਇੰਨੇ ਪ੍ਰੋਡਕਟ ਬਣੇ ਹੋਣੇ ਚਾਹੀਦੇ, 100 ਪ੍ਰੋਡਕਟ, ਦੈਟ ਮੀਨਸ ਮੈਸੇਜ ਸੈਂਡ ਹੋ ਗਿਆ। ਸੈਕਿੰਡ ਥਿੰਗ ਇਜ਼ ਦੈਟ ਮੈਸੇਜ, ਦੈਟ ਇਜ਼ ਦ ਇਨਫੋਰਮੇਸ਼ਨ ਔਰ ਮੈਸੇਜ ਵਿਚ ਹੈਜ਼ ਟੂ ਬੀ ਟ੍ਰਾਂਸਮਿਟ। ਅਤੇ ਮੈਸੇਜ ਕੀ ਸੀ, ਠੀਕ ਹੈ, ਸੈਂਡਰ ਕੌਣ ਆ, ਮੈਂ ਮੰਨ ਕੇ ਚੱਲੋ, ਠੀਕ ਹੈ, ਜਾਂ ਮੈਨੇਜਰ, ਹੈ ਨਾ। ਅਤੇ ਮੈਸੇਜ ਦੇ ਵਿੱਚ ਕੀ ਇਨਫੋਰਮੇਸ਼ਨ ਦਿੱਤੀ, ਮੈਂ ਦਿੱਤੀ ਕਿ ਕੱਲ੍ਹ ਆਪਣੀਆਂ ਬੁੱਕਸ ਲੈ ਕੇ ਆਉਣੀਆਂ। ਮੈਨੇਜਰ ਨੇ ਕੀ ਇਨਫੋਰਮੇਸ਼ਨ ਦਿੱਤੀ ਕਿ ਕੱਲ੍ਹ 100 ਪ੍ਰੋਡਕਟਸ ਬਣ ਜਾਣੇ ਚਾਹੀਦੇ ਆ। ਰਿਸੀਵਰ ਦਾ ਮੈਸੇਜ, ਯੂ ਰਿਸੀਵ ਦਾ ਮੈਸੇਜ। ਫਿਰ ਤੀਜੇ ਨੰਬਰ 'ਤੇ ਕੌਣ ਆ, ਰਿਸੀਵਰ। ਰਿਸੀਵਰ ਕੌਣ ਹੋਊਗਾ, ਵਰਕਰਸ ਹੋਣਗੇ। ਅਤੇ ਮੇਰੇ ਵਾਲੇ ਕੇਸ 'ਚ ਕੌਣ ਹੋਊਗਾ, ਸਟੂਡੈਂਟਸ ਹੋਣਗੇ, ਠੀਕ ਹੈ। ਦੈਟ ਮੀਨਸ ਫੋਰਥ ਪੁਆਇੰਟ ਕੀ ਹੈ, ਕਮਿਊਨੀਕੇਸ਼ਨ ਚੈਨਲ ਔਰ ਕਮਿਊਨੀਕੇਸ਼ਨ ਵੇਅਰ ਦੈਟ ਇਜ਼ ਦ ਮੀਨਸ ਵਿਚ ਕੈਨ ਬੀ ਯੂਜ਼ ਟੂ ਟ੍ਰਾਂਸਮਿਟ ਮੈਸੇਜ। ਮੈਂ ਤੁਹਾਨੂੰ ਕਾਹਦੇ ਰਾਹੀਂ, ਕਿਹੜੇ ਮੀਨਸ ਰਾਹੀਂ ਮੈਂ ਤੁਹਾਨੂੰ ਦੱਸਣ ਦੀ, ਮੈਂ ਵਰਬਲੀ ਦੱਸਣ ਦੀ ਨਾ, ਬਾਏ ਟੰਗ ਦੇ ਰਾਹੀਂ ਦੱਸਣ ਦੀ ਆ ਕਿ ਆਹ ਕੰਮ ਕਰਨਾ ਹੈ। ਕੀਤਾ ਮੈਨੇਜਰ ਉਹਨਾਂ ਨੂੰ ਲਿਖ ਕੇ ਦੇ ਕੇ ਗਿਆ ਹੋਵੇ ਕਿ ਤੁਸੀਂ ਇੰਨੇ ਬਣਾਉਣਾ, ਮੀਨਸ ਕੀ ਹੋ ਗਿਆ, ਜਾਂ ਤਾਂ ਤੁਸੀਂ ਮੰਨ ਕੇ ਚਲੋ ਬਾਈ ਟੈਲੀਫੋਨਿਕਲੀ ਕਿਹਾ, ਠੀਕ ਆ, ਬਾਈ ਮੈਸੇਜ ਕਰਕੇ ਕਿਹਾ, ਜਾਂ ਕਿੱਦਾਂ ਗਿਆ, ਠੀਕ ਹੈ। ਜੇ ਉਹਨਾਂ ਨੂੰ ਲਿਖ ਕੇ ਦਿੱਤਾ ਹੈ ਤਾਂ ਦੈਟ ਮੀਨਸ ਕਿ ਉਹਨਾਂ ਨੂੰ ਕੀ ਹੋ ਗਿਆ, ਬਾਏ ਰਾਈਟਿੰਗ ਦੇ ਵਿੱਚ, ਠੀਕ ਹੈ। ਐਂਡ ਲਾਸਟ ਵਨ ਇਜ਼ ਫੀਡਬੈਕ, ਦੈਟ ਇਜ਼ ਦ ਰਿਸਪੌਂਸ ਆਫ ਦ ਰਿਸੀਵਰ। ਅਤੇ ਫੀਡਬੈਕ ਰਿਸਪੌਂਸ ਮਤਲਬ ਕਿ ਐਂਡ 'ਤੇ ਜਿਨ੍ਹਾਂ ਨੇ ਮੈਸੇਜ ਰਿਸੀਵ ਕੀਤਾ, ਵਰਕਰਸ ਨੇ ਮੈਨੇਜਰ ਨੂੰ ਕਿਹਾ ਕਿ ਹਾਂ ਅਸੀਂ ਤੁਹਾਨੂੰ ਕੱਲ੍ਹ 100 ਪ੍ਰੋਡਕਟ ਬਣਾ ਕੇ ਦੇ ਦਾਂਗੇ, ਅਤੇ ਜਾਂ ਤੁਸੀਂ ਮੈਨੂੰ ਕਹਿੰਦਾ ਹਾਂਜੀ ਮੈਡਮ ਕੱਲ੍ਹ ਕਾਪੀਜ਼ ਲੈ ਕੇ ਆਵਾਂਗੇ। ਦੈਟ ਮੀਨਸ ਕਿ ਤੁਸੀਂ ਫੀਡਬੈਕ ਦਿੱਤੀ ਹੈ ਕਿ ਹਾਂ ਅਸੀਂ ਆਹ ਕੰਮ ਕਰਾਂਗੇ, ਠੀਕ ਹੈ। ਥਰਡ ਪੁਆਇੰਟ ਇਜ਼ ਦ ਮੋਟੀਵੇਸ਼ਨ। ਤੁਹਾਨੂੰ ਵੀ ਪਤਾ ਕਿ ਮੋਟੀਵੇਸ਼ਨ ਦੇ ਵਿੱਚ ਕੀ ਹੁੰਦਾ ਕਿ ਇਨਕਰੇਜ ਕਰੀਦਾ ਜਦੋਂ ਆਪਾਂ ਇੰਪਲੋਇਜ਼ ਨੂੰ, ਠੀਕ ਹੈ। ਦ ਪ੍ਰੋਸੈਸ ਆਫ ਇਨਕਰੇਜਿੰਗ ਦ ਇੰਪਲੋਇਜ਼ ਫॉर ਦ ਅਚੀਵਮੈਂਟ ਆਫ ਆਰਗੇਨਾਈਜੇਸ਼ਨਲ ਆਬਜੈਕਟਿਵ ਇਜ਼ ਨੋਨ ਐਜ਼ ਦ ਮੋਟੀਵੇਸ਼ਨ। ਮੋਟੀਵੇਸ਼ਨ 'ਚ ਸਿੱਧੀ ਜਿਹੀ ਗੱਲ, ਜਦੋਂ ਆਪਾਂ ਕਿਸੇ ਨੂੰ ਮੋਟੀਵੇਟ ਕਰਦੇ, ਇਨਕਰੇਜ ਕਰਦੇ ਕਿ ਹਾਂ ਤੂੰ ਇਹ ਕੰਮ ਕਰ ਸਕਦਾ, ਜਿੱਦਾਂ ਮੈਨੇਜਰ ਵਰਕਰਸ ਨੂੰ ਕਹੇ ਕਿ ਹਾਂ ਨਹੀਂ ਤੁਸੀਂ ਕਰ ਸਕਦੇ ਹੋ, ਏਡੀ ਕਿਹੜੀ ਗੱਲ ਆ। ਜਦੋਂ ਆਪਾਂ ਕਿਸੇ ਨੂੰ ਮੋਟੀਵੇਟ ਕਰਦੇ, ਓਬਵੀਅਸਲੀ ਤੁਹਾਡੇ ਆਰਗੇਨਾਈਜੇਸ਼ਨਸ ਦੇ ਗੋਲਸ ਕੀ ਹੁੰਦੇ ਆ, ਅਚੀਵ ਹੁੰਦੇ ਆ ਐਫੀਸ਼ੀਐਂਟਲੀ ਐਂਡ ਇਫੈਕਟਿਵਲੀ। ਆਪਾਂ ਕਿੱਦਾਂ ਮੋਟੀਵੇਟ ਕਰ ਸਕਦੇ ਹਾਂ, ਲੀਡ ਐਜ਼ ਏ ਗੁੱਡ ਲੀਡਰ ਬਣ ਕੇ। ਫਿਰ ਲੋਕਾਂ ਨੂੰ ਇੰਸਪਾਇਰ ਵੀ ਕਰ ਸਕਦੇ ਹਾਂ। ਮੋਟੀਵੇਸ਼ਨ ਦੇ ਵਿੱਚ ਵੀ ਐਲੀਮੈਂਟਸ ਕਿਹੜੇ ਆ, ਲੀਡਰਸ਼ਿਪ ਦੇ ਰਾਹੀਂ ਵੀ ਤੁਸੀਂ ਮੋਟੀਵੇਟ ਕਰ ਸਕਦੇ ਹੋ, ਜੋ ਲੋਕਾਂ ਨੂੰ ਇੰਸਪਾਇਰ ਕਰ ਸਕਦੇ ਹੋ। ਉਹਨਾਂ ਨਾਲ ਵੱਧ ਤੋਂ ਕਮਿਊਨੀਕੇਸ਼ਨ ਦਾ ਮਤਲਬ ਉਹਨਾਂ ਨਾਲ ਵੱਧ ਤੋਂ ਵੱਧ ਗੱਲ ਕਰਕੇ ਤੁਸੀਂ ਉਹਨਾਂ ਨੂੰ ਮੋਟੀਵੇਟ ਕਰ ਸਕਦੇ, ਨਹੀਂ ਤੂੰ ਕੰਮ ਕਰ ਸਕਦਾ, ਠੀਕ ਹੈ। ਐਂਡ ਲਾਸਟ ਵਨ ਇਜ਼ ਦ ਕਿ ਉਹਨਾਂ ਨੂੰ ਵਧੀਆ ਇਨਵਾਇਰਮੈਂਟ ਦੇ ਕੇ, ਕੰਜੀਨੀਅਲ ਐਟਮੋਸਫੇਅਰ ਫॉर ਡਿਵੈਲਪਮੈਂਟ ਆਫ ਸਬੋਰਡੀਨੇਟਸ, ਕਿ ਉਹਨਾਂ ਨੂੰ ਇਨਵਾਇਰਮੈਂਟ ਉਹੋ ਜਿਹਾ ਪ੍ਰੋਵਾਈਡ ਕਰਨਾ ਜਿਹਦੇ ਵਿੱਚ ਉਹ ਕੀ ਕਰ ਸਕਣ, ਵੱਧ ਤੋਂ ਵੱਧ ਕੀ ਕਰ ਸਕਣ, ਆਪਣੇ ਆਪ ਨੂੰ ਇਹ ਸਮਝ ਸਕਣ ਕਿ ਹਾਂ ਇਹ ਸਾਡੀ ਆਰਗੇਨਾਈਜੇਸ਼ਨ, ਅਸੀਂ ਇਹਦੇ ਲਈ ਕੰਮ ਕਰਨਾ ਹੀ ਕਰਨਾ ਹੈ। ਬੱਚੇ ਅਬਰਾਹਮ ਮੈਸਲੋ ਦੀ ਥਿਊਰੀ ਕਰਨ ਦੀ ਕੋਈ ਹਲੇ ਲੋੜ ਨਹੀਂ ਹੈ, ਕਿਉਂਕਿ ਬੱਚੇ ਜੇ ਤੁਸੀਂ ਮੋਟੀਵੇਸ਼ਨ ਦਾ ਲਿਖਣਾ, ਮੋਟੀਵੇਸ਼ਨ ਦਾ ਆਪਾਂ ਫੁੱਲ ਫਲੈਜ ਇੱਕ ਚੈਪਟਰ ਕਰਨਾ ਹੈ, ਠੀਕ ਹੈ। ਉਹ ਇਸ ਤੋਂ 10 ਕੁ ਚੈਪਟਰ ਬਾਅਦ ਉਹਦੇ ਵਿੱਚ ਆਪਾਂ ਕਰ ਸਕਦੇ, ਬਟ ਜੇ ਤੁਹਾਨੂੰ ਫੰਕਸ਼ਨਸ ਦੇ ਵਿੱਚ ਮੋਟੀਵੇਸ਼ਨ ਆਇਆ ਤਾਂ ਫਿਰ ਤੁਸੀਂ ਇੰਨਾ ਕੀ ਲਿਖੋਗੇ, ਠੀਕ ਹੈ। ਉਹਦਾ ਮੋਟੀਵੇਸ਼ਨ ਦਾ ਆਪਾਂ ਫੁੱਲ ਫਲੈਜ ਚੈਪਟਰ ਇੱਕ ਕਰਾਂਗੇ, ਹੈਗਾ ਹੈ ਪੂਰਾ ਫੁੱਲ ਫਲੈਜ ਚੈਪਟਰ ਹੀ ਹੈ, ਠੀਕ ਹੈ। ਅਤੇ ਇਹ ਇੰਪੋਰਟੈਂਟ ਚੈਪਟਰ ਆ ਮੋਟੀਵੇਸ਼ਨ ਦਾ, ਅਤੇ ਫੁੱਲ ਫਲੈਜ ਇੱਕ ਕੁਐਸਚਨ ਬਣ ਜਾਂਦਾ ਹੁੰਦਾ। ਸੋ ਸਾਰਾ ਆਪਾਂ ਚੈਪਟਰ ਜਿਹੜਾ ਵਾ ਉਹ ਉਦੋਂ ਹੀ ਕਰਾਂਗੇ ਜਦੋਂ ਆਪਾਂ ਨੂੰ ਉਹ ਚੈਪਟਰ 'ਤੇ ਆਪਾਂ ਆਵਾਂਗੇ, ਠੀਕ ਹੈ। ਲਾਸਟ ਇਜ਼ ਦੈਟ ਇਜ਼ ਸੁਪਰਵਿਜ਼ਨ। ਸੁਪਰਵਿਜ਼ਨ ਦਾ ਤੁਹਾਨੂੰ ਵੀ ਪਤਾ, ਸੁਪਰਵਿਜ਼ਨ ਦੇ ਵਿੱਚ ਕੀ ਹੁੰਦਾ ਕਿ ਜਦੋਂ ਕੋਈ ਕੰਮ ਕਰ ਰਿਹਾ ਵਰਕਰਸ, ਉਹਨਾਂ ਨੂੰ ਆਪਾਂ ਕੀ ਕਰਨਾ, ਦੇਖਣਾ, ਠੀਕ ਹੈ। ਦੇਖੋ ਸੁਪਰਵਿਜ਼ਨ ਰੈਫਰਸ ਟੂ ਦੈਟ ਪ੍ਰੋਸੈਸ ਅੰਡਰ ਵਿਚ ਸੀਨੀਅਰਸ ਕੀਪ ਏ ਕਲੋਜ਼ ਵਾਚ ਔਨ ਦ ਐਕਟੀਵਿਟੀਜ਼ ਐਂਡ ਫੰਕਸ਼ਨਸ ਆਫ ਦਿਸ ਮੋਡਿਊਲ ਟੂ ਚੈੱਕ ਵੈਦਰ ਥੀਜ਼ ਆਰ ਇਨ ਅਕੋਰਡੈਂਸ ਵਿਦ ਦ ਪੋਲਿਸੀਜ਼ ਐਂਡ ਆਬਜੈਕਟਿਵਸ ਆਫ ਦ ਆਰਗੇਨਾਈਜੇਸ਼ਨ ਔਰ ਨਾਟ। ਉਹੀ ਗੱਲ ਹੋ ਗਈ ਸੁਪਰਵਿਜ਼ਨ ਦੇ ਵਿੱਚ, ਮਤਲਬ ਮੈਨੇਜਰ ਨੇ ਸੁਪਰਵਾਈਜ਼ ਕਰ ਜਾਣਾ ਕਿ ਵਰਕਰਸ ਕੰਮ ਕਰ ਰਹੇ ਨੇ ਸਹੀ, ਜੇ ਨਹੀਂ ਕੰਮ ਸਹੀ ਕਰਦੇ ਤਾਂ ਉਹਨਾਂ ਨੂੰ ਉੱਥੇ ਉਹਨਾਂ ਨੂੰ ਸਮਝਾਉਣਾ ਕਿ ਨਹੀਂ ਆਹ ਕੰਮ ਨੂੰ ਇੱਦਾਂ ਕਰਨਾ। ਦੈਟ ਮੀਨਸ ਕਿ ਦੇਖਭਾਲ ਕਰਨਾ, ਕਿ ਦੇਖਣਾ ਕਿ ਵਰਕਰਸ ਕੰਮ ਇਫੈਕਟਿਵਲੀ ਕਰ ਰਹੇ ਆ। ਅੰਡਰ ਇਟ ਸਬੋਰਡੀਨੇਟਸ are watched while on work and then their activities and functions are evaluated, ਤੇ ਬਾਅਦ 'ਚ ਉਹਨਾਂ ਨੂੰ evaluate ਕੀਤਾ ਜਾਂਦਾ ਕਿ ਤੁਸੀਂ ਸਹੀ ਕਰ ਰਹੇ ਜੋ, ਗਲਤ ਕਰ ਰਹੇ ਜੋ, ਠੀਕ ਹੈ। ਸੋ ਦੇਖੋ ਬੱਚੇ, ਜਿਹਨੂੰ ਆਪਾਂ ਕਹਿੰਦੇ ਡਾਇਰੈਕਸ਼ਨ ਦੇ ਅੰਡਰ 4 ਐਲੀਮੈਂਟਸ ਆ। ਫਸਟ ਆਫ ਆਲ ਕਿਹੜਾ ਐਲੀਮੈਂਟ ਆਪਾਂ ਪੜ੍ਹਿਆ, ਲੀਡਰਸ਼ਿਪ, ਦੈਨ ਕਮਿਊਨੀਕੇਸ਼ਨ, ਫਿਰ ਆਪਾਂ ਕਿਹੜਾ ਪੜ੍ਹਿਆ, ਮੋਟੀਵੇਸ਼ਨ, ਐਂਡ ਦੈਨ ਕਿਹੜਾ ਪੜ੍ਹਿਆ ਆਪਾਂ, ਸੁਪਰਵਿਜ਼ਨ, ਠੀਕ ਹੈ। ਇਹ 4 ਐਲੀਮੈਂਟਸ ਆਫ ਡਾਇਰੈਕਸ਼ਨ, ਠੀਕ ਹੈ। ਡਾਇਰੈਕਟਿੰਗ ਤੋਂ ਬਾਅਦ ਜਿਹੜਾ 5ਵਾਂ ਪੁਆਇੰਟ ਆਉਂਦਾ, ਉਹ ਕਿਹੜਾ ਪੁਆਇੰਟ ਆਉਂਦਾ, ਕੋਆਰਡੀਨੇਸ਼ਨ, ਕਿਉਂਕਿ 6 ਪੁਆਇੰਟ ਹੈ ਨਾ। ਫਸਟ ਆਫ ਆਲ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ ਤੇ ਕੋਆਰਡੀਨੇਸ਼ਨ, ਤੇ ਲਾਸਟ ਇਜ਼ ਕੰਟਰੋਲਿੰਗ, ਠੀਕ ਹੈ ਜੀ। ਹੁਣ 5th ਪੁਆਇੰਟ ਆਪਾਂ ਕਰ ਰਹੇ ਹਾਂ, ਉਹ ਕਿਹੜਾ ਵਾ, ਕੋਆਰਡੀਨੇਸ਼ਨ। ਦ ਪ੍ਰੋਸੈਸ ਆਫ ਐਸਟੈਬਲਿਸ਼ਿੰਗ synchronization in the working of various persons and departments in the organization known as the ਕੋਆਰਡੀਨੇਸ਼ਨ। ਇਹਦੇ ਵਿੱਚ ਉਹੀ ਸਿੱਧੀ ਜੀ ਗੱਲ ਕਹਿ ਰਿਹਾ ਕਿ ਕੋਆਰਡੀਨੇਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਜਦੋਂ ਹਰ ਇੱਕ ਨੂੰ ਨਾਲ ਲੈ ਕੇ ਚੱਲਦੇ ਹੋ, ਜੋ ਹਰ ਇੱਕ ਦੀ ਸਲਾਹ ਲੈਂਦੇ ਹੋ, ਜੋ ਹਰ ਇੱਕ ਦੇ ਨਾਲ ਗੱਲਬਾਤ ਕਰਦੇ ਹੋ, ਜਾਂ ਕੰਮ ਇੱਦਾਂ ਹੋਣਾ ਚਾਹੀਦਾ, ਅਤੇ ਹਰ ਇੱਕ ਦੇ ਨਾਲ ਜੋ ਤੁਸੀਂ ਸਲਾਹ ਕਰਦੇ ਹੋ, ਜੋ ਉਹਦੇ ਨਾਲ ਕੀ ਹੋ ਜਾਂਦਾ ਵਾ, ਤੁਹਾਡੀ ਕੀ ਬਣ ਜਾਂਦੀ ਆ, ਕੋਆਰਡੀਨੇਸ਼ਨ ਹੋ ਜਾਂਦੀ ਹੈ, ਠੀਕ ਹੈ। ਜਿੱਦਾਂ ਕਲਾਸ ਦੇ ਵਿੱਚ ਟੀਚਰਸ ਤੁਹਾਨੂੰ ਪੁੱਛ ਕੇ ਚਲੋ ਤੁਸੀਂ ਕਿਹੜੇ ਸਬਜੈਕਟ, ਕਿਹੜਾ ਟੈਸਟ ਕਦੋਂ ਦਾ ਹੋਗੇ, ਠੀਕ ਹੈ, ਕਿਉਂਕਿ ਬੱਚਿਆਂ ਨੂੰ ਈਜ਼ੀ ਫੀਲ ਕਰਾਉਣ ਦੀ, ਠੀਕ ਹੈ।
ਉਹੀ ਗੱਲ ਹੋ ਗਈ ਕਿ ਜਦੋਂ ਤੁਸੀਂ ਹਰ ਇੱਕ ਨੂੰ ਨਾਲ ਲੈ ਕੇ ਚੱਲਦੇ ਜਿਹਨੂੰ ਆਪਾਂ ਕੀ ਕਹਿ ਦਿੰਦੇ ਕੋਆਰਡੀਨੇਸ਼ਨ। ਐਂਡ ਓਬਵੀਅਸਲੀ ਜਦੋਂ ਆਰਗੇਨਾਈਜੇਸ਼ਨ ਦੇ ਵਿੱਚ ਕੋਆਰਡੀਨੇਸ਼ਨ ਹੋਊਗੀ ਤਾਂ ਆਰਗੇਨਾਈਜੇਸ਼ਨ ਆਪਣੇ ਗੋਲਸ ਕੀ ਕਰ ਸਕਦੀ ਆ, ਇਫੈਕਟਿਵਲੀ ਐਂਡ ਐਫੀਸ਼ੀਐਂਟਲੀ ਅਚੀਵ ਕਰ ਸਕਦੀ। ਬੱਚੇ ਬਿਜ਼ਨਸ ਦੇ ਵਿੱਚ ਇੱਕ ਰੂਲ ਇਹੀ ਆ ਕਿ ਤੁਸੀਂ ਬਾਰ-ਬਾਰ ਇੱਕੋ ਚੀਜ਼ ਲਿਖਣੀ ਕਿ ਬਿਜ਼ਨਸ ਜਿਹੜਾ ਵਾ ਆਪਣੇ ਗੋਲਸ ਨੂੰ ਅਚੀਵ ਕੀ ਕਰ ਸਕਦਾ, ਇਫੈਕਟਿਵਲੀ ਐਂਡ ਐਫੀਸ਼ੀਐਂਟਲੀ। ਠੀਕ ਆ ਜੀ। ਕੰਟਰੋਲਿੰਗ, ਲਾਸਟ ਵਨ ਇਜ਼ ਦਾ ਕੰਟਰੋਲਿੰਗ। ਕੰਟਰੋਲਿੰਗ ਦੇ ਵਿੱਚ ਜੇ ਆਪਾਂ ਕਹੀਏ ਉਹੀ ਗੱਲ ਆ ਗਈ ਕਿ ਕੰਟਰੋਲਿੰਗ ਦੇ ਵਿੱਚ ਦੇਖੋ ਬੱਚੇ ਇੱਕ ਵਾਰੀ ਇਹਦੀ ਡੈਫੀਨੇਸ਼ਨ ਕਰ ਲਓ ਕੋਆਰਡੀਨੇਸ਼ਨ ਦੀ। ਟੂ ਕੋਆਰਡੀਨੇਟ ਇਜ਼ ਟੂ ਹਾਰਮੋਨਾਈਜ਼ ਆਲ ਦ ਐਕਟੀਵਿਟੀਜ਼, ਮਤਲਬ ਸਾਰੀਆਂ ਹਾਰਮੋਨਾਈਜ਼ ਦਾ ਮਤਲਬ ਹੁੰਦਾ ਸਾਰਿਆਂ ਨੂੰ ਇਕੱਠੇ। ਠੀਕ ਹੈ। ਹਾਰਮੋਨਾਈਜ਼ ਆਲ ਦ ਐਕਟੀਵਿਟੀਜ਼ ਆਫ ਐਨ ਆਰਗਨ ਇਨ ਆਰਡਰ ਟੂ ਫੈਸਿਲਿਟੇਟ ਇਟਸ ਵਰਕਿੰਗ ਐਂਡ ਇਟਸ ਸਕਸੈਸ। ਉਹ ਕਹ ਲਓ ਕਿ ਹਰ ਇੱਕ ਚੀਜ਼ ਨੂੰ ਇਕੱਠੇ ਲੈ ਕੇ ਤੁਰਨਾ ਤਾਂ ਜੋ ਆਰਗੇਨਾਈਜੇਸ਼ਨ ਦੀ ਅਚੀਵਮੈਂਟ ਹੋ ਸਕੇ, ਆਰਗੇਨਾਈਜੇਸ਼ਨ ਸਕਸੈਸਫੁਲ ਹੋ ਸਕੇ। ਉਹੀ ਗੱਲ ਹੋ ਗਈ ਨਾ ਜੋ ਮੈਂ ਤੁਹਾਨੂੰ ਸਮਝਾਈ। ਐਂਡ ਲਾਸਟ ਵਨ ਇਜ਼ ਦੈਟ ਕੰਟਰੋਲਿੰਗ। ਕੰਟਰੋਲਿੰਗ ਦੇ ਵਿੱਚ ਕੀ ਹੁੰਦਾ, ਕੰਟਰੋਲਿੰਗ ਦੇ ਵਿੱਚ ਬੱਚੇ ਜੋ ਸਾਰਾ ਕੁਝ ਕਰ ਲਿਆ, ਤੁਸੀਂ ਸੋਚਿਆ ਸੀ ਕਿ ਮੈਂ ਸਕੂਲ ਖੋਲ੍ਹਣਾ, ਪਲੈਨਿੰਗ ਕੀਤੀ, ਆਰਗੇਨਾਈਜ਼ ਦੇ ਵਿੱਚ ਸਕੂਲ ਬਣਾ ਲਿਆ, ਫਿਰ ਤੁਸੀਂ ਸਟਾਫਿੰਗ ਦੇ ਵਿੱਚ ਤੁਸੀਂ ਕੀ ਕਰ ਲਿਆ, ਟੀਚਰਸ ਰੱਖ ਲਏ, ਸਟੂਡੈਂਟਸ ਨੂੰ ਵੀ ਐਡਮਿਸ਼ਨਸ ਦੇ ਦਿੱਤੀਆਂ। ਠੀਕ ਹੈ। ਡਾਇਰੈਕਸ਼ਨ ਦੇ ਵਿੱਚ ਤੁਸੀਂ ਕੀ ਕੀਤਾ, ਟੀਚਰਸ ਨੂੰ ਗਾਈਡ ਕੀਤਾ ਕਿ ਆਹ ਚੀਜ਼ਾਂ ਤੁਸੀਂ ਪੜ੍ਹਾਉਣੀਆਂ। ਠੀਕ ਹੈ। ਉਸ ਤੋਂ ਬਾਅਦ ਕੋਆਰਡੀਨੇਸ਼ਨ ਦੇ ਵਿੱਚ ਤੁਸੀਂ ਹਰ ਇੱਕ ਦੇ ਨਾਲ ਤਾਲਮੇਲ ਬਣਾਇਆ ਟੀਚਰਸ ਦੇ ਨਾਲ। ਐਂਡ ਦੇ ਵਿੱਚ ਤੁਸੀਂ ਕੰਟਰੋਲਿੰਗ ਕਰਨੀ ਸਾਲ ਦੇ ਐਂਡ ਦੇ ਵਿੱਚ ਕਿ ਹਾਂ ਜੋ ਮੈਂ ਸੋਚਿਆ ਸੀ ਮੈਨੂੰ ਉਹ ਗੋਲਸ ਅਚੀਵ ਹੋਏ ਮੇਰੇ ਕਿ ਨਹੀਂ ਹੋਏ, ਕਿ ਜੇ ਮੈਂ ਸੋਚਿਆ ਸੀ ਕਿ ਲੋਕਾਂ ਦਾ ਵੈਲਫੇਅਰ ਕਰਨਾ ਜਾਂ ਮੈਂ ਸੋਚਿਆ ਸੀ ਪ੍ਰੋਫਿਟ ਕਮਾਉਣਾ, ਕੀ ਹੋਇਆ ਮੈਨੂੰ। ਠੀਕ ਹੈ। ਸੋ ਕੰਟਰੋਲਿੰਗ ਦਾ ਪ੍ਰੋਸੈਸ ਆਫ ਰੈਗੂਲੇਟਿੰਗ ਦ ਵਰਕਿੰਗ ਆਫ ਦ ਆਰਗੇਨਾਈਜੇਸ਼ਨ ਫॉर द ਅਚੀਵਮੈਂਟ ਆਫ ਆਰਗੇਨਾਈਜੇਸ਼ਨਲ ਆਬਜੈਕਟਿਵ ਇਜ਼ ਨੋਨ ਐਜ਼ ਦ ਕੰਟਰੋਲਿੰਗ। ਉਹੀ ਗੱਲ ਹੋ ਗਈ। ਕਹਿੰਦੇ ਜਦੋਂ ਆਪਾਂ ਸਾਰਾ ਕੁਝ ਵੇਖਦੇ ਐਟ ਦਾ ਐਂਡ, ਸਾਲ ਦੇ ਐਂਡ 'ਚ ਕਿ ਸਾਡੀ ਕੀ ਅਸੀਂ ਸਫਲ ਹੋਏ ਹਾਂ ਜਾਂ ਫੇਲ ਹੋਏ ਹਾਂ। ਠੀਕ ਹੈ। ਉਹਨੂੰ ਆਪਾਂ ਕੀ ਕਹਿੰਦੇ ਕੰਟਰੋਲਿੰਗ। ਅੰਡਰ ਰੇਟ ਜਿਹੜੀ ਕਹਿੰਦੇ ਇਹਦੇ ਵਿੱਚ ਕੀ ਕਰਦੇ ਐਕਚੁਅਲ ਪਰਫਾਰਮੈਂਸ। ਐਕਚੁਅਲ ਸੋਚਿਆ ਸੀ ਮੈਂ 1 ਕਰੋੜ ਕਮਾਉਣਾ। ਠੀਕ ਹੈ। ਐਕਚੁਅਲ ਪਰਫਾਰਮੈਂਸ ਆਫ ਦ ਇੰਪਲੋਇਜ਼ ਇਜ਼ ਇਵੈਲੂਏਟਿਡ, ਜਾਂ ਇਹਦੇ ਵਿੱਚ ਇੰਪਲੋਇਜ਼ ਕਹਿ ਰਹੇ ਆਪਾਂ ਉਹ ਆਲ ਓਵਰ ਵੀ ਵੇਖਣਾ ਹੁੰਦਾ। ਐਕਚੁਅਲ ਪਰਫਾਰਮੈਂਸ ਆਫ ਦ ਆਰਗੇਨਾਈਜੇਸ਼ਨ ਵੀ ਵੇਖਣੀ ਹੁੰਦੀ। ਸੋਚਿਆ ਸੀ 1 ਕਰੋੜ ਕਮਾਉਣਾ ਬਟ ਕਮਾਇਆ ਕਿੰਨਾ, 50 ਲੱਖ। ਦੈਟ ਮੀਨਸ ਕਿ ਐਕਚੁਅਲ ਕਿੰਨਾ ਸੋਚਿਆ ਕਿੰਨਾ ਸੀ, ਸਟੈਂਡਰਡ ਕਿੰਨਾ ਸੀ 1 ਕਰੋੜ ਬਟ ਕਮਾਇਆ ਕਿੰਨਾ ਆਪਾਂ 50 ਲੱਖ। ਦੈਟ ਮੀਨਸ ਕਿੰਨੇ ਦਾ ਫਰਕ ਆ ਗਿਆ। ਡੈਵੀਏਸ਼ਨ ਦਾ ਮਤਲਬ ਹੁੰਦਾ ਚੇਂਜ, ਕਿੰਨੇ ਦਾ ਫਰਕ ਆਇਆ 50 ਲੱਖ ਦਾ। 50 ਲੱਖ ਦਾ ਡਿਫਰੈਂਸ ਆ ਗਿਆ, 1 ਕਰੋੜ ਮਾਈਨਸ 50 ਲੱਖ ਕਿੰਨਾ ਡਿਫਰੈਂਸ ਹੋ ਗਿਆ 50 ਲੱਖ। 50 ਲੱਖ ਦਾ ਮਤਲਬ ਇਹੀ ਹੈ ਕਿ ਤੁਸੀਂ ਇਹ ਸੋਚੋਗੇ ਹੁਣ ਕਿ ਅਗਲੇ ਅੱਜ ਸਾਲ ਮੇਰਾ 50 ਲੱਖ ਘਟਿਆ, ਮੈਂ ਅਗਲੇ ਸਾਲ ਉਹ 50 ਲੱਖ ਕਿੱਦਾਂ ਪੂਰਾ ਕਰਨਾ, ਕਿੱਦਾਂ ਮੈਂ ਵੱਧ ਤੋਂ ਵੱਧ ਪ੍ਰੋਫਿਟ ਕਮਾਉਣਾ। ਹੁਣ ਇਹਦੇ ਵਿੱਚ ਉਹ ਕੀ ਕਹਿ ਰਿਹਾ, ਅੰਡਰ ਰੇਟ ਐਕਚੁਅਲ ਪਰਫਾਰਮੈਂਸ ਆਫ ਦ ਕੀ ਇੰਪਲੋਇਜ਼ ਇਜ਼ ਵੈਲੂਏਟਿਡ ਇਨ ਕੰਪੈਰੀਜ਼ਨ ਟੂ ਸਪੈਸੀਫਾਈਡ परफॉर्मेंस स्टैंडर्ड्स एंड एनी डेविएशन इन द कंटेस्ट इज रिपोर्टेड। कहते हैं कि वही गल होगी कि ये पहली गल हो कि वर्कर्स की वेखते कि मैं की एक्सपैक्ट किया वर्कर्स को 100 यूनिट्स बनाने बट बनाए कि उन्होंने 70। एक्चुअल कि बनाए 70, स्टैंडर्ड कि 100। ठीक है। उन्होंने कंपैरिजन किया, डिफरेंस कि 30 का। ठीक है। दैन करैक्टिव एक्शनस टू टेकन एज पर नीड्स एंड सर्कमस्टेंसिस। कहते हैं कि करैक्टिव एक्शनस लए गए। करैक्टिव का मतलब आ कि उन्होंने सोचा, हुण देखा मैनेजर ने कि जो 30 घट गए ने, यूनिट्स घट गए ने, वो मैं किद्दां पूरे करने। अगली बारी मैनेजर की करूँगा, नवे प्लैनस बनाऊगा, नवीं पॉलिसीज़ बनाऊँगा तां जो की हो सके करैक्टिव, तां जो 30 का गैप ना आवे। ठीक है जी। ये यही है। हुण स्टैप देखो, स्टैप दे विच की कहंदा वा कि प्लैनस बनाए पहलां आपां, फिर आपां की कीता प्लैनस दे विच मैं सोचा सी 100 यूनिट बनाउणगे। ठीक है। फिर मैं की कीता टू वैल्यूएट द एक्चुअल परफॉर्मेंस। एक्चुअल कितनी आई 70। ठीक है। कंपैरिजन किया, मंगी सी 100, आई कि 70। फिर डेविएशन चेंज कढ़िया, चेंज किन्ने दा आया 30 का। तो 30 तो बाद करैक्टिव एक्शनस लाए। करैक्टिव एक्शनस दे विच की होया, करैक्टिव एक्शनस दे विच की कीता कि अगली बारी तुसीं सोचोगे कि 30 का डिफरेंस भी नहीं होना चाहिए, अगली बारी 100 तो भी वध यूनिट बनने चाहिए। ठीक है जी। कनक्लूजन तुसीं यही लिखोगे फंक्शनस दे विच कि जिहड़े मेन फंक्शनस वो किहड़े-किहड़े आ, प्लैनिंग, ऑर्गेनाइजिंग, स्टाफिंग, डायरैक्टिंग, कोआर्डिनेशन एंड कंट्रोलिंग। यही मेन फंक्शनस आ ते इन्हां उत्ते ही ऑर्गेनाइजेशन डिपेंड है। जो ऑर्गेनाइजेशन ये फंक्शनस नहीं परफॉर्म करूगी तो ऑर्गेनाइजेशन अपने गोल्स अचीव नहीं कर सकती। बच्चे दैट्स ऑल फॉर टुडे। ये लैसन तुहाडा खत्म हो गया। टुमारो वी विल डू नेक्स्ट चैप्टर। ओके।